आओ शरीर दे 24 पॉइंट्स उपर रेकी देण दा अभ्यास करिए ते सूखम ऊर्जा दा आनंद माणीए। दोनों हथ जोड़ के अपने मन विच रेकी शक्ति दा धन्नवाद करदे होए डॉक्टर मैकाओ उसुई जी दा धन्नवाद करदे होए ते तुसीं खुद अपना धन्नवाद करदे होए अपने दोनों हथ अखां दे उपर रखो। याद रखो कि हत्थां दीयां उंगलियां आपस विच जुड़ियां होण। हत्थां विचों गर्मी ते निकल रही ऊर्जा नूं महसूस करो ते तुहाडीआं अखां विच जो भी कमी तुसीं महसूस करदे हो जिवें निगाह दा कमजोर होना, अखां 'च दर्द जां खारिश दा रहना नूं ठीक हुंदिआं होइआं वेखो। अखां दी नैगेटिविटी नूं धुएं दे रूप विच जां भाफ दे रूप विच पैरां दीयां तड़ियां राहीं निकलदी होई महसूस करो। हुण अपने दोनों हथ अपनियां दोनां पुड़पड़ियां दे उपर रखो। हत्थां दी गर्मी अते ऊर्जा नूं महसूस करो। अगर तुहाडे सिर विच दर्द रहिंदा है, वाल झड़दे हन जां सिर दे एक पासे विच दर्द रहिंदा है तां इस दे कारनां दी नैगेटिविटी नूं धुएं जां भाफ दे रूप विच पैरां दीयां तलियां राहीं बाहर निकलदिआं होइआं महसूस करो ते अपने शरीर विच आई होई तंदुरुस्ती अते मानसिक शांति दा आनंद माणो।
ਹੁਣ ਆਪਣੇ ਦੋਨੋਂ ਹੱਥ ਆਪਣੇ ਦੋਨਾਂ ਕੰਨਾਂ ਦੇ ਉੱਪਰ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਅਗਰ ਤੁਹਾਡੇ ਕੰਨ ਦਰਦ ਕਰਦੇ ਹਨ, ਮੈਲ ਜ਼ਿਆਦਾ ਬਣਦੀ ਹੈ, ਸੁਣਨ ਸ਼ਕਤੀ ਘੱਟ ਹੈ, ਤਾਂ ਇਸ ਦੇ ਕਾਰਨਾਂ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਦੀ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਇੱਕ ਹੱਥ ਮੱਥੇ ਦੇ ਅੱਗੇ ਅਤੇ ਇੱਕ ਹੱਥ ਮੱਥੇ ਦੇ ਪਿੱਛੇ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਹਨਾਂ ਬਿੰਦੂਆਂ ਤੇ ਰੇਕੀ ਦੇਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ, ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ, ਮਾੜੇ ਵਿਚਾਰ ਘੱਟ ਹੋ ਜਾਂਦੇ ਹਨ। ਮਾਈਗ੍ਰੇਨ, ਸਰਵਾਈਕਲ ਜਾਂ ਸਰੀਰ ਦੇ ਖੱਬੇ ਹਿੱਸੇ ਵਿੱਚ ਕਿਤੇ ਵੀ ਦਰਦ ਰਹਿੰਦਾ ਹੈ ਜਾਂ ਥਾਇਰਾਇਡ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਇਸ ਦੇ ਕਾਰਨਾਂ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਅਤੇ ਆਪਣੇ ਸਰੀਰ ਦੀ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਦੋਨੋਂ ਹੱਥ ਮੱਥੇ ਦੇ ਪਿੱਛੇ ਰੱਖੋ। ਇਹ ਬਿੰਦੂ ਸਹਿਸਤਰਾਰ ਚੱਕਰ, ਜਿਸ ਨੂੰ ਕਰਾਊਨ ਚੱਕਰ ਵੀ ਕਹਿੰਦੇ ਹਨ, ਇਸ ਬਿੰਦੂ ਦੇ ਉੱਪਰ ਆਪਣੇ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਹੱਥਾਂ ਵਿੱਚੋਂ ਊਰਜਾ ਦਾ ਪ੍ਰਵਾਹ ਦਿਨੋਂ ਦਿਨ ਵੱਧਦਾ ਜਾਂਦਾ ਹੈ। ਪੂਰੇ ਸਰੀਰ ਵਿੱਚ ਜਿੱਥੇ ਵੀ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ, ਉਸ ਜਗ੍ਹਾ ਦੇ ਉੱਪਰ ਊਰਜਾ ਦੀ ਕਮੀ ਨੂੰ ਪੂਰੀ ਹੁੰਦੀ ਹੋਈ ਮਹਿਸੂਸ ਕਰੋ। ਯਾਦਾਸ਼ਤ ਵੀ ਤੇਜ਼ ਹੁੰਦੀ ਹੈ, ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ। ਮੈਡੀਟੇਸ਼ਨ ਅਤੇ ਪਾਠ ਪੂਜਾ ਵਿੱਚ ਵਧੇਰੇ ਮਨ ਲੱਗਦਾ ਹੈ ਤੇ ਆਨੰਦ ਵੀ ਵਧੇਰੇ ਆਉਣ ਲੱਗ ਪੈਂਦਾ ਹੈ। ਮਾਈਗ੍ਰੇਨ, ਸਰਵਾਈਕਲ ਜਾਂ ਸਰੀਰ ਦੇ ਸੱਜੇ ਹਿੱਸੇ ਵਿੱਚ ਕਿਤੇ ਵੀ ਦਰਦ ਰਹਿੰਦਾ ਹੈ ਤਾਂ ਬਹੁਤ ਹੀ ਜਲਦੀ ਠੀਕ ਹੋ ਜਾਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਇੱਕ ਹੱਥ ਗਲੇ ਦੇ ਪਿੱਛੇ ਅਤੇ ਇੱਕ ਹੱਥ ਜਬਾੜੇ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਆਰਾਮ ਮਿਲਦਾ ਹੈ, ਜਿਵੇਂ ਮਸੂੜਿਆਂ 'ਚ ਜਾਂ ਦੰਦਾਂ 'ਚ ਦਰਦ ਰਹਿਣਾ, ਖੂਨ ਦਾ ਵਗਣਾ, ਗਰਦਨ ਦੇ ਪਿਛਲੇ ਹਿੱਸੇ ਵਿੱਚ ਅਕਸਰ ਦਰਦਦਾਰ ਰਹਿਣਾ ਦੀ ਸ਼ਿਕਾਇਤ ਬਹੁਤ ਹੀ ਜਲਦੀ ਦੂਰ ਹੋ ਜਾਂਦੀ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਇੱਕ ਹੱਥ ਗਲੇ ਤੇ ਅਤੇ ਇੱਕ ਹੱਥ ਗਲੇ ਤੋਂ ਥੋੜਾ ਹੇਠਾਂ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਬਿੰਦੂ ਨੂੰ ਥਰੋਟ ਚੱਕਰ ਜਾਂ ਵਿਸ਼ੁੱਧਾ ਚੱਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚੱਕਰ ਆਕਾਸ਼ ਤੱਤ ਨਾਲ ਸੰਬੰਧ ਰੱਖਦਾ ਹੈ। ਇਸ ਬਿੰਦੂ ਤੇ, ਇਸ ਜਗ੍ਹਾ ਤੇ ਰੇਕੀ ਦੇਣ ਨਾਲ ਗਲੇ ਅਤੇ ਫੇਫੜਿਆਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਹੁਤ ਹੀ ਜਲਦੀ ਮੁਕਤੀ ਮਿਲਦੀ ਹੈ। ਆਤਮ ਵਿਸ਼ਵਾਸ ਵੱਧਦਾ ਹੈ। ਪੇਟ ਵਿੱਚ ਗੈਸ ਜਾਂ ਤੇਜ਼ਾਬੀ ਮਾਦੇ ਦੀ ਸ਼ਿਕਾਇਤ ਵੀ ਬਹੁਤ ਜਲਦੀ ਦੂਰ ਹੋ ਜਾਂਦੀ ਹੈ। ਥਾਇਰਾਇਡ ਵਰਗੀਆਂ ਬਿਮਾਰੀਆਂ ਤੋਂ ਵੀ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਅਤੇ ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਦੋਨੋਂ ਹੱਥ ਹਿਰਦੇ ਚੱਕਰ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਬਿੰਦੂ ਨੂੰ ਹਿਰਦੇ ਚੱਕਰ ਜਾਂ ਅਨਾਹਟ ਚੱਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚੱਕਰ ਸਾਡੇ ਸਰੀਰ ਦਾ ਹੀਲਿੰਗ ਚੱਕਰ ਵੀ ਅਖਵਾਉਂਦਾ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਹਿਰਦੇ ਰੋਗ, ਖੂਨ ਦੇ ਰੋਗ, ਸਾਹ ਦੇ ਰੋਗ, ਸਰੀਰਕ ਦਰਦ ਅਤੇ ਘਬਰਾਹਟ ਤੋਂ ਮੁਕਤੀ ਮਿਲਦੀ ਹੈ। ਮਨ ਵਿੱਚੋਂ ਦੂਜਿਆਂ ਪ੍ਰਤੀ ਈਰਖਾ ਤੇ ਦਵੈਤ ਭਾਵਨਾ ਵੀ ਦੂਰ ਹੁੰਦੀ ਹੈ। ਵਿਚਾਰਾਂ ਅਤੇ ਭਾਵਨਾਵਾਂ ਵਿੱਚ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਦੋਨੋਂ ਹੱਥ ਮਣੀਪੁਰ ਚੱਕਰ ਸੋਲਾਰ ਪਲੈਕਸਸ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਬਿੰਦੂ ਨੂੰ ਮਣੀਪੁਰ ਚੱਕਰ ਜਾਂ ਸੋਲਰ ਪਲੈਕਸਸ ਚੱਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚੱਕਰ ਅਗਨੀ ਤੱਤ ਨਾਲ ਸੰਬੰਧ ਰੱਖਦਾ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਪੇਟ ਦੇ ਰੋਗ, ਖੂਨ ਦੇ ਰੋਗ, ਬਦਹਜ਼ਮੀ, ਬੁਖਾਰ, ਚਮੜੀ ਰੋਗਾਂ ਤੋਂ ਮੁਕਤੀ ਮਿਲਦੀ ਹੈ। ਗੁੱਸੇ ਦੀ ਭਾਵਨਾ ਅਤੇ ਜਿੱਦੀ ਸੁਭਾਅ ਵਿੱਚ ਬਦਲਾਅ ਆਉਂਦਾ ਹੈ। ਵਿਚਾਰਾਂ ਅਤੇ ਭਾਵਨਾਵਾਂ ਵਿੱਚ ਸਾਵਾਂਪਨ ਵੀ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਦੋਨੋਂ ਹੱਥ ਲਿਵਰ ਅਤੇ ਗਾਲ ਬਲੈਡਰ ਦੇ ਉੱਪਰ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇੱਕ ਹੱਥ ਲੀਵਰ ਤੇ ਅਤੇ ਦੂਸਰੇ ਹੱਥ ਨੂੰ ਗਾਲ ਬਲੈਡਰ ਭਾਵ ਪਿੱਤੇ ਦੇ ਉੱਪਰ ਰੱਖੋ। ਇਸ ਜਗ੍ਹਾ ਤੇ ਹੱਥ ਰੱਖ ਕੇ ਰੇਕੀ ਦੇਣ ਨਾਲ ਹਾਜ਼ਮਾ ਠੀਕ ਹੁੰਦਾ ਹੈ। ਪੇਟ ਦੀ ਫਾਲਤੂ ਚਰਬੀ ਘਟਣ ਲੱਗ ਪੈਂਦੀ ਹੈ। ਲਿਵਰ ਦਾ ਫੈਟੀਪਨ, ਖੂਨ ਦਾ ਸੰਘਣਾ ਹੋਣਾ, ਟਾਈਫਾਈਡ, ਪੇਟ ਦੀ ਗੈਸ, ਤੇਜ਼ਾਬੀ ਮਾਦਾ, ਚਮੜੀ ਰੋਗ, ਪਿੱਤੇ ਦੀ ਪੱਥਰੀ ਅਤੇ ਪਿੱਤੇ ਦੀ ਦਰਦ ਵਰਗੇ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਵਿਚਾਰਾਂ ਅਤੇ ਭਾਵਨਾਵਾਂ ਵਿੱਚ ਵੀ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਆਪਣੇ ਦੋਨੋਂ ਹੱਥ ਦੋਨੋਂ ਫੇਫੜਿਆਂ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਵਿੱਚੋਂ ਨਿਕਲ ਰਹੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇੱਕ ਖੱਬਾ ਹੱਥ ਖੱਬੇ ਅਤੇ ਸੱਜਾ ਹੱਥ ਸੱਜੇ ਫੇਫੜੇ ਦੇ ਉੱਪਰ ਰੱਖੋ। ਇਸ ਜਗ੍ਹਾ ਤੇ ਹੱਥ ਰੱਖ ਕੇ ਰੇਕੀ ਦੇਣ ਨਾਲ ਸਾਹ ਦੀ ਬਿਮਾਰੀ, ਅਸਥਮਾ, ਛਾਤੀ 'ਚ ਰੇਸ਼ਾ, ਬਲਗਮ ਜਾਂ ਫੇਫੜਿਆਂ ਦਾ ਸੁੰਗੜਨਾ ਆਦਿ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਵਿਚਾਰਾਂ ਅਤੇ ਭਾਵਨਾਵਾਂ ਵਿੱਚ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਆਪਣੇ ਦੋਨੋਂ ਹੱਥ ਪੈਨਕ੍ਰੀਆਸ ਸਪਲੀਨ ਦੇ ਉੱਪਰ ਰੱਖੋ। ਇਹ ਬਿੰਦੂ ਪੇਟ ਦੇ ਖੱਬੇ ਪਾਸੇ ਹੈ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਜਗ੍ਹਾ ਤੇ ਦੋਨੋਂ ਹੱਥ ਜਾਂ ਇੱਕ ਹੱਥ ਰੱਖ ਕੇ ਵੀ ਰੇਕੀ ਦੇ ਸਕਦੇ ਹੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਸ਼ੂਗਰ ਦਾ ਰੋਗ ਬਹੁਤ ਹੀ ਜਲਦੀ ਠੀਕ ਹੁੰਦਾ ਹੈ। ਅਗਰ ਤੁਹਾਡੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਵੱਧਦਾ ਜਾਂ ਘਟਦਾ ਹੈ ਤਾਂ ਇਸ ਨੂੰ ਨਾਰਮਲ ਲੈਵਲ ਤੇ ਸਥਿਰ ਹੋ ਜਾਣ ਦਾ ਭਾਵ ਦਿਓ। ਅਗਰ ਤੁਸੀਂ ਸ਼ੂਗਰ ਮਰੀਜ਼ ਨਹੀਂ ਵੀ ਹੋ ਤਾਂ ਵੀ ਆਪਣੇ ਮਨ ਵਿੱਚ ਇਹ ਭਾਵ ਦਿਓ ਕਿ ਭਵਿੱਖ ਵਿੱਚ ਸ਼ੂਗਰ ਰੋਗ ਤੋਂ ਸੁਰੱਖਿਅਤ ਰਹਾਂ। ਇਸ ਨਾਲ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਵੀ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਦੋਨੋਂ ਹੱਥ ਹਾਰਾ ਚੱਕਰ ਸਵਾਧਿਸਥਾਨ ਚੱਕਰ ਤੇ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਹ ਚੱਕਰ ਪਾਣੀ ਤੱਤ ਨਾਲ ਸੰਬੰਧ ਰੱਖਦਾ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਖੂਨ ਦੇ ਰੋਗ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗ, ਅਨਫਰਟੀਲਿਟੀ ਭਾਵ ਬਾਂਝਪਨ ਵਰਗੇ ਰੋਗ, ਬੱਚੇਦਾਨੀ ਦੀਆਂ ਰਸੌਲੀਆਂ, ਹਰਨੀਆਂ ਅਤੇ ਪਿਸ਼ਾਬ ਦੇ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਆਪਣੇ ਕੰਮ ਨੂੰ ਕਰਨ ਜਾਂ ਸਿੱਖਣ ਦੀ ਯੋਗਤਾ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਹੈ। ਇਸ ਨਾਲ ਵੀ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਆਪਣੇ ਦੋਨੋਂ ਹੱਥ ਮੂਲ ਆਧਾਰ ਚੱਕਰ ਰੂਟ ਚੱਕਰ ਤੇ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਹ ਚੱਕਰ ਧਰਤੀ ਤੱਤ ਨਾਲ ਸੰਬੰਧ ਰੱਖਦਾ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਹੱਡੀਆਂ ਦੇ ਰੋਗ, ਕਿਡਨੀਆਂ ਦੇ ਰੋਗ, ਮਾਈਗ੍ਰੇਨ ਅਤੇ ਸਰਵਾਈਕਲ ਵਰਗੇ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਮਨ ਵਿੱਚੋਂ ਡਰ ਦੇ ਭਾਵ, ਹਾਏ ਦੇ ਭਾਵ, ਭਵਿੱਖ ਦੀ ਚਿੰਤਾ ਜਾਂ ਸੱਟਾਂ ਦਾ ਬਾਰ-ਬਾਰ ਲੱਗਣਾ, ਵਸਤੂਆਂ ਦੀਆਂ ਕਮੀਆਂ ਦੇ ਅਹਿਸਾਸ ਵਧੇਰੇ ਹੋਣਾ, ਜਾਦੂ ਟੂਣਿਆਂ ਦਾ ਅਸਰ ਜਲਦੀ ਹੋਣਾ, ਕੰਮ ਵਿੱਚ ਮਨ ਨਾ ਲੱਗਣਾ ਆਦਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇੱਥੇ ਰੇਕੀ ਦੇਣ ਨਾਲ ਵੀ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਦੋਨੋਂ ਹੱਥ ਦੋਨਾਂ ਗੋਡਿਆਂ ਦੇ ਉੱਪਰ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇੱਕ ਹੱਥ ਸੱਜੇ ਗੋਡੇ ਤੇ ਇੱਕ ਹੱਥ ਖੱਬੇ ਗੋਡੇ ਤੇ ਰੱਖੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਗੋਡਿਆਂ ਦੀਆਂ ਦਰਦਾਂ ਅਤੇ ਸੋਜ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਵੀ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ਼ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਦੋਨੋਂ ਹੱਥ ਦੋਨਾਂ ਗਿੱਟਿਆਂ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇੱਕ ਹੱਥ ਸੱਜੇ ਗਿੱਟੇ ਤੇ ਅਤੇ ਇੱਕ ਹੱਥ ਖੱਬੇ ਗਿੱਟੇ ਦੇ ਉੱਪਰ ਰੱਖੋ। ਇਸ ਜਗ੍ਹਾ ਤੇ ਰੇਕੀ ਦੇਣ ਦੇ ਨਾਲ ਗਿੱਟਿਆਂ ਦੀ ਦਰਦ ਅਤੇ ਸੋਜ ਤੋਂ ਛੁਟਕਾਰਾ ਮਿਲਦਾ ਹੈ। ਇਹਦੇ ਨਾਲ ਵੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਦੇ ਵਿੱਚ ਸੁਧਾਰ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ਼ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਦੋਨੋਂ ਹੱਥ ਪੈਰਾਂ ਦੀਆਂ ਤਲੀਆਂ ਤੇ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇੱਕ ਹੱਥ ਸੱਜੀ ਤਲੀ ਤੇ ਅਤੇ ਇੱਕ ਹੱਥ ਖੱਬੀ ਤਲੀ ਤੇ ਰੱਖੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਪੈਰਾਂ ਦੀਆਂ ਤਲੀਆਂ ਦੀ ਦਰਦ ਅਤੇ ਸੋਜ, ਲੱਤਾਂ ਦੀ ਦਰਦ ਅਤੇ ਸੋਜ ਤੋਂ ਛੁਟਕਾਰਾ ਮਿਲਦਾ ਹੈ। ਇਸ ਜਗ੍ਹਾ ਤੇ ਰੇਕੀ ਦੇਣ ਦੇ ਨਾਲ ਸਰੀਰਕ ਥਕਾਵਟ ਤੋਂ ਵੀ ਮੁਕਤੀ ਮਿਲਦੀ ਹੈ। ਇਸ ਜਗ੍ਹਾ ਦੀ ਨੈਗੇਟਿਵਿਟੀ ਵੀ ਇਹਨਾਂ ਤਲੀਆਂ ਦੇ ਰਾਹੀਂ ਹੀ ਬਾਹਰ ਕੱਢਣੀ ਹੈ। ਇਹਦੇ ਨਾਲ ਵੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਨਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਦੋਨੋਂ ਹੱਥ ਮੋਢਿਆਂ ਦੇ ਉੱਪਰ ਰੱਖੋ। ਖੱਬਾ ਹੱਥ ਸੱਜੇ ਮੋਢੇ ਤੇ ਅਤੇ ਸੱਜਾ ਹੱਥ ਖੱਬੇ ਮੋਢੇ ਦੇ ਉੱਪਰ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਮੋਢਿਆਂ ਦੀ ਦਰਦ ਅਤੇ ਸੋਜ ਤੋਂ ਵੀ ਛੁਟਕਾਰਾ ਮਿਲਦਾ ਹੈ। ਗਰਦਨ ਦੇ ਵਿੱਚ ਬਾਰ-ਬਾਰ ਵਾਲਦਾ ਪੈਣਾ ਜਾਂ ਸਰਵਾਈਕਲ ਦੀ ਦਰਦ ਦਾ ਬਾਰ-ਬਾਰ ਉੱਠਣਾ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਦੋਵੇਂ ਹੱਥ ਗਲੇ ਦੇ ਪਿੱਛੇ ਗਰਦਨ ਤੋਂ ਥੋੜਾ ਹੇਠਾਂ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਗਰਦਨ ਦੇ ਪਿਛਲੇ ਹਿੱਸੇ ਵਿੱਚ ਗਲੇ ਤੋਂ ਥੋੜਾ ਹੇਠਾਂ ਰੇਕੀ ਦੇਣ ਨਾਲ ਸਰਵਾਈਕਲ, ਸਿਰ ਦੇ ਪਿਛਲੇ ਹਿੱਸੇ ਵਿੱਚ ਭਾਰੀਪਣ ਦਾ ਰਹਿਣਾ, ਸਿਰ ਦਾ ਚੱਕਰ ਆਉਣਾ ਵਰਗੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਵੀ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਆਪਣਾ ਇੱਕ ਹੱਥ ਹਿਰਦੇ ਚੱਕਰ ਦੇ ਪਿਛਲੇ ਪਾਸੇ ਰੱਖੋ। ਹੱਥਾਂ ਦੀ ਗਰਮੀ ਅਤੇ ਇਹਨਾਂ ਵਿੱਚੋਂ ਨਿਕਲ ਰਹੀ ਊਰਜਾ ਨੂੰ ਮਹਿਸੂਸ ਕਰੋ। ਹਿਰਦੇ ਚੱਕਰ ਦੇ ਪਿਛਲੇ ਹਿੱਸੇ ਤੇ ਰੇਕੀ ਦੇਣ ਨਾਲ ਹਿਰਦੇ ਰੋਗਾਂ ਤੋਂ, ਬਲੱਡ ਪ੍ਰੈਸ਼ਰ ਦਾ ਵਧਣਾ ਜਾਂ ਘਟਣਾ ਵੀ ਕੰਟਰੋਲ ਵਿੱਚ ਆਉਂਦਾ ਹੈ। ਸਾਡੇ ਮਨ ਸਾਡੀਆਂ ਭਾਵਨਾਵਾਂ ਵਿੱਚ ਛੁਪੇ ਹੋਏ ਵਿਚਾਰ, ਛੁਪੀਆਂ ਹੋਈਆਂ ਸੋਚਾਂ ਦੀ ਨੈਗੇਟਿਵਿਟੀ ਵੀ ਸਾਡੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਇਹਦੇ ਨਾਲ ਵੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਹੋਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਆਪਣੇ ਦੋਨੋਂ ਹੱਥ ਜਾਂ ਇੱਕ ਹੱਥ ਮਣੀਪੁਰ ਚੱਕਰ ਸੋਲਰ ਪਲੈਕਸਸ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਵਿੱਚੋਂ ਨਿਕਲ ਰਹੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਮਣੀਪੁਰ ਚੱਕਰ ਦੇ ਪਿਛਲੇ ਪਾਸੇ ਰੇਕੀ ਦੇਣ ਨਾਲ ਰੀੜ੍ਹ ਦੀ ਹੱਡੀ ਦੇ ਰੋਗ, ਪੇਟ ਦੇ ਰੋਗ, ਖੂਨ ਦੇ ਰੋਗ, ਬਦਹਜ਼ਮੀ, ਬੁਖਾਰ ਜਾਂ ਚਮੜੀ ਦੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਗੁੱਸੇ ਦੀ ਭਾਵਨਾ ਜ਼ਿੱਦੀ ਸੁਭਾਅ ਵਿੱਚ ਬਦਲਾਅ ਆਉਂਦਾ ਹੈ। ਵਿਚਾਰਾਂ ਅਤੇ ਭਾਵਨਾਵਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ, ਜਿਹਦੇ ਨਾਲ ਸੂਝ-ਬੂਝ ਦੇ ਵਿੱਚ ਵੀ ਵਾਧਾ ਹੁੰਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਵੀ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਆਪਣੇ ਦੋਨੋਂ ਹੱਥ ਵੱਖੀਆਂ ਦੇ ਪਿਛਲੇ ਪਾਸੇ, ਇੱਕ ਹੱਥ ਖੱਬੇ ਗੁਰਦੇ ਦੇ ਉੱਪਰ ਅਤੇ ਦੂਸਰਾ ਹੱਥ ਸੱਜੇ ਗੁਰਦੇ ਦੇ ਉੱਪਰ ਰੱਖੋ। ਇਸ ਜਗ੍ਹਾ ਦੇ ਉੱਪਰ ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਜਗ੍ਹਾ ਦੇ ਉੱਪਰ ਹੱਥ ਰੱਖ ਕੇ ਰੇਕੀ ਦੇਣ ਦੇ ਨਾਲ ਗੁਰਦਿਆਂ ਦੇ ਰੋਗ ਦੂਰ ਹੁੰਦੇ ਹਨ, ਜਿਵੇਂ ਕਿਡਨੀ ਵਿੱਚ ਰਸੌਲੀ ਜਾਂ ਪੱਥਰੀ, ਪਿਸ਼ਾਬ ਦਾ ਰੁਕ ਕੇ ਆਉਣਾ, ਯੂਰਿਕ ਐਸਿਡ ਦਾ ਵਧਣਾ ਆਦਿ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਵੀ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ।
ਹੁਣ ਆਪਣੇ ਦੋਨੋਂ ਹੱਥ ਹਾਰਾ ਚੱਕਰ ਦੇ ਉੱਪਰ ਸਵਾਦੀ ਸਥਾਨ ਚੱਕਰ ਦੇ ਪਿਛਲੇ ਪਾਸੇ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਖੂਨ ਦੇ ਰੋਗ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗ, ਅਨਫਰਟੀਲਿਟੀ ਭਾਵ ਬਾਂਝਪਨ ਵਰਗੇ ਰੋਗ, ਬੱਚੇਦਾਨੀ ਦੀ ਰਸੌਲੀ, ਹਰਨੀਆਂ ਅਤੇ ਪਿਸ਼ਾਬ ਦੇ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ। ਇਸ ਜਗ੍ਹਾ ਰੇਕੀ ਦੇਣ ਨਾਲ ਅਸੀਂ ਆਪਣੇ ਕੰਮ ਨੂੰ ਹੋਰਨਾਂ ਨਾਲੋਂ ਜ਼ਿਆਦਾ ਵਧੇਰੇ ਵਧੀਆ ਤਰੀਕੇ ਨਾਲ ਕਰਨ ਦੀ ਯੋਗਤਾ ਨੂੰ ਵਧਾ ਲੈਂਦੇ ਹਾਂ। ਇਸ ਨਾਲ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ। ਆਪਣੇ ਸਰੀਰ ਵਿੱਚ ਆਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਹੁਣ ਆਪਣੇ ਦੋਵੇਂ ਹੱਥ ਮੂਲ ਆਧਾਰ ਚੱਕਰ, ਰੂਟ ਚੱਕਰ ਦੇ ਪਿਛਲੇ ਪਾਸੇ ਰੱਖੋ। ਰੀੜ੍ਹ ਦੀ ਹੱਡੀ ਦੀ ਸਭ ਤੋਂ ਹੇਠਾਂ ਵਾਲੀ ਟਿਪ ਟੇਲ ਬੋਨ ਦੇ ਉੱਪਰ ਰੱਖੋ। ਹੱਥਾਂ ਦੀ ਗਰਮੀ ਅਤੇ ਊਰਜਾ ਨੂੰ ਮਹਿਸੂਸ ਕਰੋ। ਮੂਲ ਆਧਾਰ ਚੱਕਰ, ਰੂਟ ਚੱਕਰ ਦੇ ਪਿਛਲੇ ਪਾਸੇ ਰੇਕੀ ਦੇਣ ਨਾਲ ਹੱਡੀਆਂ ਦੇ ਰੋਗ, ਕਿਡਨੀਆਂ ਦੇ ਰੋਗ, ਮਾਈਗ੍ਰੇਨ ਅਤੇ ਸਰਵਾਈਕਲ ਵਰਗੇ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ। ਇਸ ਜਗ੍ਹਾ ਤੇ ਰੇਕੀ ਦੇਣ ਨਾਲ ਮਨ ਵਿੱਚੋਂ ਡਰ ਦੇ ਭਾਵ, ਹਾਏ ਦੇ ਭਾਵ, ਭਵਿੱਖ ਦੀ ਚਿੰਤਾ ਜਾਂ ਸੱਟਾਂ ਦਾ ਬਾਰ-ਬਾਰ ਲੱਗਣਾ, ਵਸਤੂਆਂ ਦੀਆਂ ਕਮੀਆਂ ਦੇ ਅਹਿਸਾਸ ਵਧੇਰੇ ਹੋਣਾ ਜਾਂ ਜਾਦੂ ਟੂਣਿਆਂ ਦਾ ਅਸਰ ਸਾਡੇ ਤੇ ਜਲਦੀ ਹੋਣਾ, ਕਿਸੇ ਕੰਮ ਵਿੱਚ ਮਨ ਨਾ ਲੱਗਣਾ ਆਦਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਨਾਲ ਵੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਇੱਕ ਸਾਵਾਂਪਨ ਆਉਂਦਾ ਹੈ। ਇਸ ਹਿੱਸੇ ਦੀ ਨੈਗੇਟਿਵਿਟੀ ਨੂੰ ਧੂਏ ਜਾਂ ਭਾਫ ਦੇ ਰੂਪ ਵਿੱਚ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲਦੀ ਹੋਈ ਮਹਿਸੂਸ ਕਰੋ ਤੇ ਆਪਣੇ ਸਰੀਰ ਵਿੱਚ ਆਈ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣੋ। ਧੰਨਵਾਦ।